ਸਪਲਿਟਿੰਗ ਫੀਲਡਸ ਕੱਲ ਦੇ ਲੈਕਚਰ ਦੇ ਵਿੱਚ ਡੈਫੀਨੇਸ਼ਨ ਡਿਸਕਸ ਹੋਈ ਸੀ, ਮੈਂ ਰਿਪੀਟ ਕਰ ਦੇਣਾ ਥੋੜੀ ਸੀ। fx ਪੋਲੀਨੋਮੀਅਲ ਹੈ ਇਨ ਕੈਪੀਟਲ fx ਆਫ ਡਿਗਰੀ ਗ੍ਰੇਟਰ ਦੈਨ ਇਕੁਅਲ ਟੂ 1। ਤਾਂ ਐਕਸਟੈਂਸ਼ਨ k ਹੈ ਜਿਹੜੀ f ਦੀ, ਉਹ ਸਪਲਿਟਿੰਗ ਫੀਲਡ ਕਦੋਂ ਕਹੀ ਜਾਏਗੀ? ਨੰਬਰ 1 fx ਫੈਕਟਰਸ ਇਨਟੂ ਲੀਨੀਅਰ ਫੈਕਟਰਸ ਇਨ kx, and number 2 k is equals to f of alpha 1 alpha 2 so on alpha है। मीन्स दो कंडीशंस हैं कि पहला तो वो पॉलीनोमियल दे जेडे फैक्टर्स हैं, लीनियर फैक्टर्स हैं, वो सारे के सारे k दे विच आ जाण। k दे विच आउण दा मतलब यही हो गया कि सारे रूट्स अल्फा 1 तो लेके अल्फा n k नु बिलोंग कर जाण। और दूसरी गल फिर k जेड़ा हैगा वो इना रूट्स तो ही जनरेट होके बनया। k is generated over f by the roots alpha 1 alpha 2 so on alpha n of fx n। That means k would be the smallest field containing the roots of this polynomial. Then k will be known as the splitting field. Now 0 and 1 दो elements होंगे z by 2 ਦੇ ਵਿੱਚ, 0 bar and 1 bar। ठीक है, 0 bar ਜਿਹੜਾ ਹੈ ਉਸ ਦੇ ਵਿੱਚ ਕੀ ਹੋਏਗਾ, ਉਹ ਵਾਲੇ ਐਲੀਮੈਂਟਸ ਹੋਣਗੇ ਜਿਹੜੇ ਕਿ ਰਿਮਾਈਂਡਰ 0 ਛੱਡਦੇ ਆ ਜਦੋਂ 2 ਤੇ ਡਿਵਾਈਡ ਕਰੀਏ। 1 bar ਦੇ ਵਿੱਚ ਉਹ ਵਾਲੇ ਐਲੀਮੈਂਟਸ ਹੋਣਗੇ ਜਿਹੜੇ ਕਿ ਰਿਮਾਈਂਡਰ 1 ਛੱਡਦੇ ਆ ਜਿਹੜੇ ਜਦੋਂ ਆਪਾਂ 2 ਨੂੰ ਡਿਵਾਈਡ ਕਰੀਏ, 2 ਨਾਲ ਡਿਵਾਈਡ ਕਰੀਏ। ਮੀਨਸ ਉਹ ਵਾਲੇ ਇੰਟੀਜਰਸ ਹੋਣਗੇ। ਤੇ ਅਸੀਂ ਕੀ ਕਰਨਾ ਹੈਗਾ, ਆ ਪੋਲੀਨੋਮੀਅਲ ਕੰਸੀਡਰ ਕੀਤੀ ਹੈ x³ + x² + 1 ਬਿਲੋਂਗਿੰਗ ਟੂ ਕੈਪੀਟਲ fx ਇਜ਼ ਅ ਫਾਈਨਾਈਟ ਫੀਲਡ ਵਿਦ 8 ਐਲੀਮੈਂਟਸ। ਤੇ ਇਸ ਨੂੰ ਅਸੀਂ ਜਿਹੜੀ ਸਪਲਿਟਿੰਗ ਫੀਲਡ ਹੈ ਇਸ ਪੋਲੀਨੋਮੀਅਲ ਦੀ, ਉਸ ਨੂੰ ਪ੍ਰੂਵ ਕਰਨਾ ਹੈ ਕਿ ਉਹ ਫਾਈਨਾਈਟ ਫੀਲਡ ਹੋਏਗੀ ਔਰ ਉਹਦੇ ਵਿੱਚ 8 ਐਲੀਮੈਂਟਸ ਹੋਣਗੇ। ਤਾਂ ਪੋਲੀਨੋਮੀਅਲ ਤੁਸੀਂ ਦੇਖ ਸਕਦੇ ਹੋ ਤਿੰਨੋਂ ਦੇ ਤਿੰਨੋਂ ਕੋਐਫੀਸ਼ੀਐਂਟ ਪੋਲੀਨੋਮੀਅਲ ਦੇ 1 ਹੈਗੇ। 1 x³ ਦਾ ਕੋਐਫੀਸ਼ੀਐਂਟ ਵੀ 1 ਹੈ, x² ਦਾ ਵੀ 1 ਹੈ, x ਹੈ ਨਹੀਂ ਉਹਦਾ ਕੋਐਫੀਸ਼ੀਐਂਟ 0 ਹੈ, ਫਿਰ 1 ਹੈ। ਤਾਂ 0 and 1 ਇਹੀ ਦੋ ਤਰ੍ਹਾਂ ਦੇ ਕੋਐਫੀਸ਼ੀਐਂਟ ਇਹਦੇ ਵਿੱਚ ਬਣੇ ਹੋਏ ਹਰੇਕ x ਦੀ ਪਾਵਰ ਦੇ। ਤਾਂ ਇਸ ਕਰਕੇ ਇਹ ਜਿਹੜੀ ਪੋਲੀਨੋਮੀਅਲ ਆਬਵੀਅਸਲੀ ਬਿਲੋਂਗਸ ਟੂ fx ਹੈ। ਇਹਦੀ ਸਪਲਿਟਿੰਗ ਫੀਲਡ ਨੂੰ ਅਸੀਂ ਫਾਈਂਡ ਕਰਾਂਗੇ। ਤੇ ਸਪਲਿਟਿੰਗ ਫੀਲਡ ਫਾਈਂਡ ਕਰਨ ਦੇ ਲਈ ਪਹਿਲਾਂ ਤਾਂ ਅਸੀਂ ਇਹੀ ਚੈੱਕ ਕਰਦੇ ਹੁੰਦੇ ਹਾਂ ਕਿ ਜਿਹੜੀ ਗਿਵਨ ਪੋਲੀਨੋਮੀਅਲ ਹੈ ਉਹ ਰਿਡਿਊਸੀਬਲ ਹੈ ਕਿ ਇਰਰਿਡਿਊਸੀਬਲ। ਤੇ ਉਹਦੇ ਲਈ ਫਿਰ ਕਿਉਂਕਿ 3 ਡਿਗਰੀ ਦੀ ਹੀ ਪੋਲੀਨੋਮੀਅਲ ਹੈ ਤੇ 3 ਡਿਗਰੀ ਦੇ ਲਈ ਅਸੀਂ ਪੜਿਆ ਹੋਇਆ ਹੈਗਾ ਕਿ ਸਿਰਫ ਰੂਟਸ ਚੈੱਕ ਕਰਨੇ ਸਫੀਸ਼ੀਐਂਟ ਹੁੰਦੇ ਆ ਗਿਵਨ ਫੀਲਡ ਦੇ ਵਿੱਚ। ਜੇ roots ਹੋਏ given field ਦੇ ਵਿੱਚ then it is reducible, otherwise it is irreducible. So because x³ + x² + 1 has degree 3, we know this is reducible if and only if it has a root in f. But by actual substitution neither 0 nor 1 is a root. You can check it. x ਨੂੰ 0 put करोगे you will get 1, and अगर x ਨੂੰ ਤੁਸੀਂ 1 put करोगे you will get 3, and when congruent modulo 2 करोगे उसका then you will leave the remainder 3 will leave the remainder 1. So by actual substitution neither 0 nor 1 is it. Thus x³ + x² + 1 is irreducible over f, and let alpha is a root of this polynomial in its splitting field. ਤੇ alpha ਆਪਾਂ ਇਸ polynomial ਦਾ root ਜਿਹੜਾ ਹੈਗਾ ਉਹ let ਕਰ ਲੈਂਦੇ ਹਾਂ। ਠੀਕ ਹੈ, ਕਿਉਂਕਿ ਸਾਨੂੰ ਨਹੀਂ ਪਤਾ roots actual ਚ ਕਿਹੇ ਦੀ ਸ਼ਕਲ ਦੇ ਹੋਣਗੇ। So let us suppose the root is alpha. ਤੇ root ਜੇ ਦਾ alpha ਅਸੀਂ suppose ਕੀਤਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਅਲਫਾ ਜਦੋਂ ਸਪੋਜ਼ ਕੀਤਾ ਤੇ ਇੱਕ ਗੱਲ ਮੈਂ ਉਰੇ ਕਲੀਅਰ ਕਰ ਦਵਾਂ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਅਲਫਾ ਇਹਦਾ ਰੂਟ ਹੈ, that means we have to take the linear factor like this x minus alpha। ਜੇ ਅਲਫਾ ਰੂਟ ਹੁੰਦਾ ਤਾਂ ਅਸੀਂ ਐਵੇਂ ਲੈਣਾ ਸੀ, ਬਟ z/2 ਦੇ ਵਿੱਚ ਅਲਫਾ ਐਂਡ ਮਾਈਨਸ ਅਲਫਾ ਬੋਥ ਆਰ ਸੇਮ ਬਿਕੋਜ਼ ਉਰੇ ਅਲਫਾ ਦਾ ਕੋਐਫੀਸ਼ੀਐਂਟ 1 ਹੈ ਔਰ ਉਰੇ ਅਲਫਾ ਦਾ ਕੋਐਫੀਸ਼ੀਐਂਟ -1 ਹੈ, ਔਰ 1 ਤੇ -1 ਕੌਨਗਰੂਐਂਟ ਦੇ ਰਿਲੇਸ਼ਨ ਚ ਹੁੰਦੇ ਆ ਮੋਡੂਲੋ 2 ਦੇ ਵਿੱਚ। ਤਾਂ ਇਸ ਕਰਕੇ ਚਾਹੇ 1 ਲਿਖੋ ਚਾਹੇ -1 ਲਿਖੋ that is same. So that's why ਉਰੇ ਚਾਹੇ ਤੁਸੀਂ x plus alpha ਲਿਖੋ ਚਾਹੇ x minus alpha ਲਿਖੋ, it doesn't matter. So first linear factor is x plus alpha. ਔਰ ਬਾਕੀ ਦੇ linear factors ਕਿਵੇਂ, ਬਾਕੀ ਦਾ ਜਿਹੜਾ ਫੈਕਟਰ ਹੈ 2 ਡਿਗਰੀ ਦਾ ਉਹ ਕਿਵੇਂ ਆਬਟੇਨ ਕੀਤਾ ਹੈਗਾ, ਉਹਦੇ ਲਈ ਤੁਸੀਂ ਜਿਹੜਾ ਆਨਰਸ ਮੈਥਡ ਤੁਸੀਂ ਅਪਲਾਈ ਕਰਦੇ ਹੋ ਉਹ ਦੇਖ ਸਕਦੇ ਹੋ। ਉਸ ਟੈਕਨੀਕ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। ਰੂਟ ਅਸੀਂ ਕੀ ਲਿਖਿਆ ਸੀਗਾ ਕਿ ਅਲਫਾ ਇਜ਼ ਦਾ ਰੂਟ, ਤੇ ਕੋਐਫੀਸ਼ੀਐਂਟਸ ਜਿਹੜੇ ਹੈ x³ ਦਾ 1 ਹੈ, x² ਦਾ 1 ਹੈ, x ਹੈ ਨਹੀਂ ਮਿਸਿੰਗ ਹੈ 0 ਲੈ ਲਿਆ ਤੇ ਕਾਂਸਟੈਂਟ ਟਰਮ 1 ਹੈ। ਤੇ ਫਿਰ ਆਨਰਸ ਮੈਥਡ ਤੁਸੀਂ ਅਪਲਾਈ ਕਰਦੇ ਹੋ ਕਿਵੇਂ ਕਿ ਇਹ ਵਾਲਾ ਜਿਹੜਾ 1 ਹੈਗਾ ਇਹ ਐਜ਼ ਇਟ ਇਜ਼ ਉਤਾਰ ਲਿਆ, ਅਲਫਾ ਇਹਦੇ ਨਾਲ ਮਲਟੀਪਲਾਈ ਕੀਤਾ ਤੇ ਦੋਵਾਂ ਨੂੰ ਐਡ ਕੀਤਾ 1 + ਅਲਫਾ, ਫਿਰ ਇਹਨੂੰ ਅਲਫਾ ਨਾਲ ਫਿਰ ਮਲਟੀਪਲਾਈ ਕੀਤਾ ਤੇ ਫਿਰ ਇਹਨੂੰ ਇੱਧਰ ਇਹ ਬਣ ਗਿਆ ਅਲਫਾ + ਅਲਫਾ ਸਕੁਆਇਰ, ਇਹ ਦੋਵਾਂ ਨੂੰ ਐਡ ਕਰਕੇ ਇਹ ਆ ਗਿਆ, ਫਿਰ ਅਲਫਾ ਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤੇ ਇਹਦੇ ਨੀਚੇ ਲਿਖਿਆ ਗਿਆ ਇਹ ਬਣ ਗਿਆ ਅਲਫਾ ਸਕੁਆਇਰ + ਅਲਫਾ, ਤੇ ਦੋਵਾਂ ਨੂੰ ਐਡ ਕਰਕੇ ਕੀ ਆ ਗਿਆ ਫਿਰ 1 + ਅਲਫਾ ਸਕੁਆਇਰ + ਅਲਫਾ ਕਿਊਬ, and I have taken this equal to 0. Why? Because we have considered alpha is a root of polynomial. तो अल्फा इस polynomial का root है,
तो इस करके अल्फा क्यूब प्लस अल्फा स्क्वायर प्लस 1 इक्वल टू 0 ही होएगा। सो दैट्स व्हाई पूरे लास्ट ਵਿੱਚ मैंने ਕੀ ਲਿਖਿਆ इक्वल टू 0। ਤਾਂ ਇਹੀ ਹੁੰਦਾ ऑनर्स ਮੈਥਡ ਦੇ ਵਿੱਚ ਜੇਕਰ रूट अल्फा ਇਹਦਾ ਹੈਗਾ ਤਾਂ ਲਾਸਟ ਤੁਹਾਡੇ ਕੋਲ 0 ਆਣਾ ਚਾਹੀਦਾ, ਉਹ ਆ ਰਿਹਾ ਹੈਗਾ। ਤੇ ਬਾਕੀ ਦੀ ਪੋਲੀਨੋਮੀਅਲ ਕੀ ਬਣ ਜਾਊਗੀ ਫਿਰ, ਜਿਹੜੇ ਆ ਤੁਹਾਡੇ ਕੋਲ ਕੋਐਫੀਸ਼ੀਐਂਟਸ ਬਣੇ 1 1 plus अल्फा अल्फा plus अल्फा स्क्वायर ਆ ਲਿਖੇ ਹੋਏ ਆ ਦੇਖ ਸਕਦੇ। ਤਾਂ 3 क्यूबिक ਸੀਗੀ ਇਹ ਪੋਲੀਨੋਮੀਅਲ 3 ਡਿਗਰੀ ਦੀ ਸੀ ਤੇ ਰਿਮੇਨਿੰਗ ਪੋਲੀਨੋਮੀਅਲ ਫਿਰ 2 ਡਿਗਰੀ ਦੀ। ਹੁਣ ਫਰਦਰ ਅਸੀਂ ਬਾਈ ਹਿਟ ਐਂਡ ਟ੍ਰਾयल ਅਗਲਾ ਸਟੈਪ ਕੀ ਕਰਨ ਲੱਗੇ ਆ, ਜਿਹੜੀ ਆ ਵਾਲੀ ਪੋਲੀਨੋਮੀਅਲ ਬਣੀ ਜਿਸ ਦੇ ਆ ਵਾਲੇ ਕੋਐਫੀਸ਼ੀਐਂਟਸ ਹੈ, ਹੁਣ ਫਰਦਰ ऑनर्स ਮੈਥਡ ਇਹਦੇ ਉੱਪਰ ਅਪਲਾਈ ਕਰ ਰਹੇ ਆ। ਬਾਈ ਹਿਟ ਐਂਡ ਟ੍ਰਾयल ਮੈਂ ਇਹ ਫਾਈਂਡ ਕਰ ਰਿਹਾ ਕਿ ਅਲਫਾ ਸਕੁਆਇਰ ਵੀ ਇਹਨੂੰ ਸੈਟੀਸਫਾਈ ਕਰ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿਵੇਂ ऑनर्स ਮੈਥਡ ਅਗੇਨ ਅਪਲਾਈ ਕਰੋ ਇਹ ਵਾਲੇ ਤਿੰਨ ਕੋਐਫੀਸ਼ੀਐਂਟਸ ਦੇ ਨਾਲ, ਔਰ ਅਲਫਾ ਸਕੁਆਇਰ ਜਿਹੜਾ ਹੈ ਇਸ ਦਾ ਰੂਟ ਹੈ ਇਹ ਅਸੀਂ ਚੈੱਕ ਕਰ ਰਹੇ ਹਾਂ। ਤਾਂ ਪਹਿਲਾਂ ਇਸ ਨੂੰ 1 ਨਾਲ ਉਵੇਂ ਹੀ ਮਲਟੀਪਲਾਈ ਕੀਤਾ ਅਲਫਾ ਸਕੁਆਇਰ ਇੱਧਰ ਆ ਗਿਆ, ਠੀਕ ਹੈ, ਦੋਵਾਂ ਨੂੰ ਐਡ ਕੀਤਾ, ਦੋਵਾਂ ਨੂੰ ਐਡ ਕਰਕੇ ਇਹ ਬਣ ਗਿਆ ਹੈਗਾ, ਫਿਰ अल्फा स्क्वायर ਨਾਲ ਇਹਨੂੰ ਮਲਟੀਪਲਾਈ ਕੀਤਾ, ਠੀਕ ਹੈ, ਇੱਧਰ ਆ ਕੇ ਬਣ ਗਿਆ अल्फा स्क्वायर प्लस अल्फा क्यूब प्लस अल्फा 4, ਇਹਨਾਂ ਦੋਵਾਂ ਨੂੰ ਐਡ ਕਰ ਦਿੱਤਾ, ਐਡ ਕੀਤਾ ਤੁਹਾਡੇ ਕੋਲ ਬਣ ਗਿਆ अल्फा प्लस 2 अल्फा स्क्वायर प्लस अल्फा क्यूब प्लस अल्फा 4। you can see here 2 अल्फा स्क्वायर is equal to 0 because the relation is congruent modulo 2, z by 2 ਦੀ ਗੱਲ ਹੋ ਰਹੀ ਹੈ ਤਾਂ अल्फा स्क्वायर ਦਾ ਕੋਐਫੀਸ਼ੀਐਂਟ 2 ਆਇਆ ਹੋਇਆ that is equivalent to 0, so that's why 2 अल्फा स्क्वायर ਨੂੰ ਅਸੀਂ 0 ਕਰ ਦਿੱਤਾ। टर्म्स सिर्फ तीन ही बचियां साडे कोल, टर्म्स तीन ही बचनियां हैगियां, एक हैगा अल्फा, दूसरा अल्फा क्यूब ते तीसरा अल्फा 4। ਤੇ ਇਹਨਾਂ ਤਿੰਨਾਂ ਦੇ ਵਿੱਚੋਂ ਅਲਫਾ ਕਾਮਨ ਅਗਰ ਅਸੀਂ ਲੈ ਲਈਏ ਤਾਂ ਤੁਹਾਡੇ ਕੋਲ ਬਚੇਗਾ 1 plus अल्फा स्क्वायर plus अल्फा क्यूब। अगेन ਉਹੀ ਗੱਲ ਆ ਗਈ ਫਿਰ 1 plus अल्फा स्क्वायर plus अल्फा क्यूब ਕੀ ਸੀਗਾ 0। ਤਾਂ ऑनर्स ਮੈਥਡ ਦੇ ਵਿੱਚ ਆ ਲਾਸਟ ਇਹ ਵੀ ਆਪਣਾ ਕੀ ਆ ਗਿਆ 0। ਤਾਂ ਰਿਮੇਨਿੰਗ ਹੁਣ ਜਿਹੜਾ ਫੈਕਟਰ ਬਚੇਗਾ ਉਸਦੇ ਆ ਵਾਲੇ ਕੋਐਫੀਸ਼ੀਐਂਟਸ ਹੋਣਗੇ। ਤਾਂ ਨੈਕਸਟ ਸਟੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ कि x plus अल्फा फैक्टर ਅਸੀਂ ਪਹਿਲਾਂ ਬਣਾਇਆ ਸੀ, ਹੁਣ ਸੈਕੰਡ ਰੂਟ ਅਸੀਂ ਲਿੱਤਾ ਇਸ ਦਾ अल्फा स्क्वायर, ਤਾਂ x plus अल्फा स्क्वायर ਵੀ ਆ ਗਿਆ ਤੇ ਫਾਈਨਲੀ ਤੀਸਰਾ ਜਿਹੜਾ ਫੈਕਟਰ ਹੈਗਾ ਉਹ ਇਹਨਾਂ ਕੋਐਫੀਸ਼ੀਐਂਟਸ ਦੇ ਨਾਲ ਬਣ ਗਿਆ 1 1 plus अल्फा plus अल्फा स्क्वायर। सो ਇਹਦੇ ਫੈਕਟਰਸ ਆਪਣੇ ਕੋਲ ਤਿੰਨ ਆ ਗਏ x plus अल्फा स्क्वायर। दिस ਇਹੀ ਆਪਣੇ ਕੋਲ ਕੰਡੀਸ਼ਨ ਹੁੰਦੀ ਹੈ ਕਿ ਲੀਨੀਅਰ ਫੈਕਟਰਸ ਦੇ ਵਿੱਚ ਅਸੀਂ ਪੋਲੀਨੋਮੀਅਲ ਨੂੰ ਬ੍ਰੇਕ ਕਰਨਾ ਹੁੰਦਾ ਹੈ, ਜੇ ਸਪਲਿਟਿੰਗ ਫੀਲਡ ਫਾਈਂਡ ਕਰਨੀ ਹੈ ਤਾਂ ਰੂਟਸ ਤੁਸੀਂ ਕਹਿ ਸਕਦੇ ਹੋ ਇਸ ਪੋਲੀਨੋਮੀਅਲ ਦੇ ਕਿਹੜੇ ਕਿਹੜੇ ਹੋਏ, ਅਲਫਾ ਹੋ ਗਿਆ, ਅਲਫਾ ਸਕੁਆਇਰ ਹੋ ਗਿਆ ਤੇ 1 plus अल्फा स्क्वायर हो गया। these are the three roots of this polynomial। ਤੇ ਬਟ ਹੁਣ ਫਿਰ ਜੇ ਅਸੀਂ ਦੇਖੀਏ ਜੇ ਸਪਲਿਟਿੰਗ ਫੀਲਡ ਬਣਾਣੀ ਹੈ ਤਾਂ ਰੂਲ ਤਾਂ ਇਹ ਕਹਿੰਦਾ ਕਿ ਇਹ ਤਿੰਨੋਂ ਰੂਟਸ ਐਡਜੰਕਟ ਕਰਕੇ ਬਣਾਓ। ਤਾਂ ਤਿੰਨੋਂ ਰੂਟਸ ਜੇ ਅਸੀਂ ਐਡਜੰਕਟ ਕਰਾਂਗੇ k f अल्फा स्क्वायर 1 plus अल्फा स्क्वायर, ਇਹ बनना चाहिए स्ट्रक्चर अकॉर्डिंग टू डेफिनेशन। बट इतना बड़ा स्ट्रक्चर बनाने की सानू कोई जरूरत नहीं है, इतना बड़ा लिखने की जरूरत नहीं है। सिर्फ ਅਸੀਂ अगर कल्ला f of अल्फा कल्ला अल्फा ही एडजंक्ट कर लिए ਤਾਂ ਬਾਕੀ ਦੇ ਦੋਵੇਂ ਰੂਟਸ अल्फा स्क्वायर ਤੇ 1 plus अल्फा स्क्वायर ਇਹ ਆਪਣੇ ਆਪ ਇਹਦੇ ਵਿੱਚ ਆ ਜਾਣਗੇ ਬਿਕੋਜ਼ ਇਹ ਇੱਕ ਫੀਲਡ ਹੈ। ਜੇ ਅਲਫਾ ਇਹਦੇ ਵਿੱਚ ਹੈਗਾ ਤਾਂ अल्फा स्क्वायर ਵੀ ਹੋਏਗਾ, ਜੇ अल्फा स्क्वायर ਤੇ अल्फा हैगे ਤਾਂ 1 plus अल्फा स्क्वायर भी होगा। सो नो नीड टू एडजंक्ट द थ्री ऑफ द रूट्स। ਜੇ ਤੁਸੀਂ ਐਡਜੰਕਟ ਕਰੋਗੇ ਵੀ ਬਟ ਕੋਈ ਐਕਸਟੈਂਸ਼ਨ ਨਹੀਂ ਬਣੇਗੀ, f of अल्फा तक ही ਇਹ ਲਿਮਿਟਡ ਰਹਿ ਜਾਣਾ, ਅਗਲੇ ਐਲੀਮੈਂਟਸ ਐਡਜੰਕਟ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ ਕਿਉਂਕਿ ਆਲਰੇਡੀ ਇਸ ਫੀਲਡ ਵਿੱਚ ਹੈਗੇ। ਤਾਂ ਇਸ ਕਰਕੇ ਜਿਹੜੀ ਸਪਲਿਟਿੰਗ ਫੀਲਡ ਹੈ you can consider simply the f of alpha. The f alpha is the splitting field of x cube plus x square plus 1। ਤੇ f alpha ਅਗਰ ਇਹਦਾ ਸਪਲਿਟਿੰਗ ਫੀਲਡ ਹੈ ਤਾਂ ਫਿਰ ਇਸ ਸਪਲਿਟਿੰਗ ਫੀਲਡ ਦੀ ਡਿਗਰੀ ਕਿੰਨੀ ਹੋਏਗੀ, ਜਿੰਨੀ ਇਸ ਪੋਲੀਨੋਮੀਅਲ ਮਿਨੀਮਲ ਪੋਲੀਨੋਮੀਅਲ ਦੀ ਡਿਗਰੀ ਹੈ। ਤਾਂ ਕਿਉਂਕਿ ਇਹ ਇਰਰੀਡਿਊਸਿਬਲ ਸੀਗੀ ਦੈਟਸ ਵਾਈ ਮਿਨੀਮਲ ਹੈਗੀ ਹੈ, ਇਹਦੀ ਡਿਗਰੀ 3 ਹੈ। ਸੋ ਡਾਇਮੈਂਸ਼ਨ ਆਫ f alpha over f is also equal to 3। ਐਂਡ ਉਹਨੇ ਕਿਹਾ ਸੀਗਾ ਕਿ ਪ੍ਰੂਫ ਕਰੋ ਕਿ ਇਸ ਫੀਲਡ ਦੇ ਵਿੱਚ 8 ਐਲੀਮੈਂਟਸ ਹਨ। क्वेश्चन ਦੇ ਵਿੱਚ ਉਹਨੇ ਮੈਂਸ਼ਨ ਕੀਤਾ ਸੀ ਸਪਲਿਟਿੰਗ ਫੀਲਡ ਦੇ ਵਿੱਚ 8 ਐਲੀਮੈਂਟਸ ਹੈ, ਇਹ ਪ੍ਰੂਫ ਕਰੋ। ਨਾਓ ਬਿਕੋਜ਼ ਦਾ ਡਾਇਮੈਂਸ਼ਨ ਇਜ਼ 3 ਸੋ ਦਾ ਬੇਸਿਸ ਵਿਲ ਬੀ, ਕਿਉਂਕਿ ਇੱਕੋ ਹੀ ਐਲੀਮੈਂਟ ਐਡਜੰਕਟ ਕੀਤਾ ਅਲਫਾ ਤਾਂ ਉਹਦੀ ਬੇਸਿਸ ਕੀ ਆ ਜਾਊਗੀ 1 अल्फा स्क्वायर। ਤਾਂ f अल्फा ਦੀ ਇਹ ਬੇਸਿਸ ਹੋਗੀ ਓਵਰ f। ਤੇ ਅਗਰ ਇਹ ਇਸ ਦੀ ਬੇਸਿਸ ਹੈ then you can construct the field f alpha by saying that f of alpha is equals to a plus b alpha plus c alpha square where a b c belongs to f। ठीक है, क्योंकि a 1 अल्फा स्क्वायर की बेसिस है ਤੇ ਇਹ ਤਿੰਨੋਂ f ਨੂੰ ਬਿਲੋਂਗ ਕਰਨਗੇ। f ਨੂੰ ਬਿਲੋਂਗ ਕਰਦੇ ਮਤਲਬ z/2 ਨੂੰ ਬਿਲੋਂਗ ਕਰਦੇ ਔਰ z/2 ਦੇ ਵਿੱਚ ਸਾਡੇ ਕੋਲ ਦੋ ਹੀ ਐਲੀਮੈਂਟਸ ਹੈ, ਇੱਕ 0 ਹੈ ਇੱਕ 1 ਹੈ। ਤਾਂ 0 ਐਂਡ 1 ਦਾ ਕੰਬੀਨੇਸ਼ਨ ਤੁਸੀਂ ਪੁੱਟ ਕਰਨਾ ਹੈ abc ਚ। ਤਾਂ ਆਬਵੀਅਸਲੀ ਕਿੰਨੇ ਵੇਜ਼ ਹੋਣਗੇ ਪੁੱਟ ਕਰਨ ਦੇ 2 raised to power 3, ਦੋ ਵੈਲਿਊਜ਼ ਹੈ ਔਰ ਤਿੰਨ ਵੇਰੀਏਬਲਸ ਨੂੰ ਅਸੀਂ ਇਹ ਵੈਲਿਊਜ਼ ਪ੍ਰੋਵਾਈਡ ਕਰਨੀ। ਤਾਂ 2 raised to power 3 ਕੰਬੀਨੇਸ਼ਨਸ ਬਣਨਗੇ abc ਦੇ, that means 8 ਕੰਬੀਨੇਸ਼ਨਸ। ਤਾਂ ਪਹਿਲਾਂ ਤਿੰਨਾਂ ਨੂੰ 0 ਲੈ ਲਓ ਤਾਂ 0 ਆ ਜਾਏਗਾ, a ਨੂੰ 1 ਲੈ ਲਓ, b ਤੇ c ਦੋਵਾਂ ਨੂੰ 0 ਲੈ ਲਓ, a ਆ ਜਾਏਗਾ। फिर b ਨੂੰ 1 ਲੈ ਲਓ, a and c ਨੂੰ 0 ਲੈ ਲਓ, अल्फा आ जाएगा। a ਤੇ b 0 ਲੈ ਲਓ, c 1 अल्फा स्क्वायर
इसी तरह ये भी A0 ले लिया, B ते C1 ले लिया, इसी तरह ये सारे एलिमेंट्स ਤੁਹਾਡੇ ਕੋਲ ਬਣ बट विद द कंडीशन कि अल्फा क्योंकि उस पॉलिनोमियल का रूट सीगा विद द कंडीशन अल्फा क्यूब प्लस अल्फा स्क्वायर प्लस 1 इक्वल टू c. So this completes the solution. So the next question is the splitting field of fx equal to x raised to power 4 minus 2 belonging to qx over q is q2 1 by 4 iota and its degree of extension is 8. ये ਅਸੀਂ प्रूव करना है इस पॉलिनोमियल ਦੀ ਸਪਲਿਟਿੰਗ ਫੀਲਡ ਅਸੀਂ फाइंड करनी है x4 2 ਦੀ ठीक है ਤੇ ਉਹ प्रूव करनी है ਇਹਦੇ ਬਰਾਬਰ ਹੈ q2 1 by 4 iota and इस सप्लीटिंग फील्ड की ਜਿਹੜੀ डिग्री है या ਜਿਹੜੀ ਇਹਦੀ डायमेंशन है ओवर q ਉਹ प्रूव करनी है इक्वल्स टू 8 है. सो फर्स्टली पॉलिनोमियल ਨੂੰ ਅਸੀਂ ਚੈੱਕ ਕਰੀਏ ਰਿਡਿਊਸਿਬਲ ਹੈ ਕਿ ਇਰਰਿਡਿਊਸਿबल है तो ऑब्वियसली इट इज इररिड्यूसिबल. यू कैन चेक इट बाय आइंस्टाइन क्राइटेरिया. इस पॉलिनोमियल पे आइंस्टाइन क्राइटेरिया लगाओ बाय टेकिंग द प्राइम p is equal to 2 you will get this polynomial is irreducible over q. ਤੇ ਅਗਰ ਇਹ ਪੋਲੀਨੋਮੀਅਲ ਇਰਰਿਡਿਊਸਿਬਲ ਹੈ ਤਾਂ ਇੱਕ ਰੂਟ ਜਿਹੜਾ ਸਾਨੂੰ ਇਸ ਪੋਲੀਨੋਮੀਅਲ ਦਾ ਸਾਫ਼ ਨਜ਼ਰ ਆ ਰਿਹਾ ਹੈ one of the root only. ਮੈਂ ਸਾਰੇ ਰੂਟਸ ਦੀ ਗੱਲ ਨਹੀਂ ਕਰ ਰਿਹਾ, ਹਰੇ ਸਿਰਫ ਇੱਕ ਰੂਟ ਦੀ ਗੱਲ ਕਰ ਰਹੇ ਹਾਂ, ਉਹ ਹੈ 2 raised to power 1 by 4 ਤੇ 2 raised to power 1 by 4 ਦੇ ਲਈ ਇਹ ਵਾਲੀ ਪੋਲੀਨੋਮੀਅਲ ਸਾਡੇ ਕੋਲ ਕੀ ਬਣ ਗਈ ਮਿਨੀਮਲ ਪੋਲੀਨੋਮੀਅਲ. So fx is the minimal polynomial of 2 1 by 4 over q. ਤਾਂ ਫਿਰ ਇਹਦਾ ਮਤਲਬ q2 1 by 4 ਇੱਕ ਰੂਟ ਅਸੀਂ ਐਡਜੰਕਟ ਕਰਤਾ ਇਸ ਪੋਲੀਨੋਮੀਅਲ ਦਾ, q ਦੀ ਐਕਸਟੈਂਸ਼ਨ ਬਣ ਗਈ q2 1 by 4 ਤਾਂ ਇਹ ਡਾਇਮੈਂਸ਼ਨ ਕਿੰਨੀ ਆ ਜਾਏਗੀ ਜਿੰਨੀ ਪੋਲੀਨੋਮੀਅਲ ਦੀ ਡਿਗਰੀ that means 4. ਤਾਂ ਇੱਕ ਰੂਟ ਹਲੇ ਐਡਜੰਕਟ ਹੋਇਆ. ਨਾਓ ਫਾਈਂਡ the other roots of the polynomial. ਤਾਂ ਇਸ ਪੋਲੀਨੋਮੀਅਲ ਨੂੰ ਤੁਸੀਂ ਫੈਕਟਰਾਈਜ਼ ਕਰਨਾ ਹੈਗਾ x4 2 ਹੈ ਇਸ ਦੇ ਫੈਕਟਰਸ ਤੁਸੀਂ ਇਹ ਬਣਾ ਲਓਗੇ ਨਾ a² b² ਦੇ ਅਕੋਰਡਿੰਗ. x4 ਨੂੰ ਐਵੇਂ ਲਿਖ ਲਓ 2 ਨੂੰ ਤੁਸੀਂ ਐਵੇਂ ਲਿਖ ਲਓ ठीक है. तो a² b² ਜਦੋਂ ਲੱਗੇਗਾ x² - 2 1 by 2 and x² + 2 1 by 2 ਇਹ ਤੁਹਾਡੇ ਕੋਲ ਜਿਹੜੇ ਹੈ ਇਹਦੇ ਇਹ ਦੋ ਫੈਕਟਰਸ ਆ ਜਾਣਗੇ. ਇਹ ਵਾਲਾ ਫੈਕਟਰ ਫਰਦਰ ਬ੍ਰੇਕ ਹੋ ਜਾਊਗਾ ਇਹਨਾਂ ਦੋ ਦੇ ਵਿੱਚ. ਇਸ ਦੇ ਵਿੱਚ ਅਗੇਨ a² - b² ਲਗਾਓ you will get x - 2 1 by 4 x + 2 1 by 4 ਤੇ x² + 2 1 by 2 ਇਹ ਐਜ਼ ਇਟ ਇਜ਼ ਉਰੇ ਲਿਖਿਆ ਹੋਇਆ ਹੈ. ਸੋ ਇੱਕ ਰੂਟ ਜਿਹੜਾ ਹੈ 2 1 by 4 ਅਸੀਂ ਲੈ ਕੇ ਐਡਜੰਕਟ ਕਰ ਚੁੱਕੇ ਹਾਂ. ਇਸ ਫੈਕਟਰ ਤੋਂ ਪਤਾ ਲੱਗ ਰਿਹਾ ਸੈਕੰਡ ਰੂਟ ਕੀ ਬਣੇਗਾ -2 1 by 4. ਜੇ 2 1 by 4 ਇਹਦੇ ਵਿੱਚ ਆ ਗਿਆ ਤਾਂ ਸੈਕੰਡ ਰੂਟ ਕੀ ਆ ਗਿਆ ਇਹਦੇ ਵਿੱਚ ਆਬਵੀਅਸਲੀ ਬਿਕੋਜ਼ ਫੀਲਡ ਹੈ. ਤਾਂ ਇਟ ਮੀਨਸ ਸਿਰਫ ਆਹ ਵਾਲਾ ਫੈਕਟਰ ਰਹਿ ਗਿਆ ਪੈਂਡਿੰਗ ਕਿਉਂਕਿ ਇਹਦੇ ਵਿੱਚੋਂ ਸਾਨੂੰ ਨਜ਼ਰ ਆ ਰਿਹਾ ਹੈ ਇਹਦੇ ਰੂਟਸ ਕੀ ਹੋਣਗੇ ਕੰਪਲੈਕਸ ਰੂਟਸ ਹੋਣਗੇ. ਸੋ ਇਹ ਵਾਲਾ ਜਿਹੜਾ ਹੈ x² + 2 1 by 2 ਇਹ ਇਰਰਿਡਿਊਸਿਬਲ ਹੋ ਗਿਆ. ਐਕਸਟੈਂਸ਼ਨ ਸਾਡੀ ਕਿੱਥੋਂ ਤੱਕ ਬਣ ਚੁੱਕੀ ਹੈ q ਸੀਗਾ q ਤੋਂ ਬਾਅਦ ਐਕਸਟੈਂਸ਼ਨ ਅਸੀਂ ਬਣਾ ਚੁੱਕੇ ਹਾਂ q2 1 by 4 ਤਾਂ ਹੁਣ ਜਿਹੜਾ ਇਹ ਰਿਮੇਨਿੰਗ ਫੈਕਟਰ ਹੈਗਾ ਸਾਡੇ ਕੋਲ x² + 2 1 by 2 ਕਿਉਂਕਿ ਇਹਨੂੰ ਫਰਦਰ ਹੁਣ ਅਸੀਂ ਐਕਸਟੈਂਡ ਕਰਨਾ ਹੈ ਸੋ ਵੀ ਵਿਲ ਕੰਸੀਡਰ ਇਟ ਓਵਰ q2 1 by 4 ਤੇ ਆਬਵੀਅਸਲੀ ਕਹਿ ਸਕਦੇ ਹਾਂ ਇਹਦੇ ਵਿੱਚ ਬਿਲੋਂਗ ਕਰਦਾ ਹੈਗਾ ਬਿਕੋਜ਼ ਕੋਐਫੀਸ਼ੀਐਂਟਸ ਕੀ ਹੈ ਇਹਦਾ 1 ਹੈ ਤੇ ਇਹ 2 1 by 2 2 1 by 2 ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ 2 1 by 4 ਦਾ ਸਕੁਅਰ ਹੈ. ਸੋ ਦੈਟਸ ਵਾਈ ਯੂ ਕੈਨ ਸੇ that 2 1 by 2 also belongs to q2 1 by 4. ਤਾਂ ਇਸ ਕਰਕੇ ਇਹ ਵਾਲਾ ਜਿਹੜਾ ਫੈਕਟਰ ਹੈ ਇਹ ਓਵਰ q2 1 by 4 ਕੰਸੀਡਰ ਕੀਤਾ ਜਾ ਸਕਦਾ ਹੈ ਔਰ ਕਿਉਂਕਿ ਰੂਟਸ ਇਹਦੇ ਵਿੱਚੋਂ ਇਮੇਜਿਨਰੀ ਆਨੇ ਆ ਇਹਦੇ ਦੋਵੇਂ ਰੂਟਸ ਜਿਹੜੇ ਹੈ ਇਮੇਜਿਨਰੀ ਹੋਣਗੇ ਤਾਂ ਆਬਵੀਅਸਲੀ ਇਹਨੂੰ ਬਿਲੋਂਗ ਨਹੀਂ ਕਰਦੇ q2 1 by 4 ਨੂੰ ਇਹਦੇ ਰੂਟਸ ਬਿਲੋਂਗ ਨਹੀਂ ਕਰਦੇ. ਤਾਂ ਇਸ ਕਰਕੇ ਇਹ ਪੋਲੀਨੋਮੀਅਲ ਓਵਰ q2 1 by 4 ਕੀ ਹੈ ਇਰਰਿਡਿਊਸਿਬਲ ਤੇ ਇਸ ਦੇ ਰੂਟਸ ਕੀ ਹੋਣਗੇ ਕੀ ਇਸ ਪੋਲੀਨੋਮੀਅਲ ਦੇ ਰੂਟਸ ਹੋਣਗੇ 2 1 by 4 ਆਇਓਟਾ ਤੇ ਦੂਸਰਾ ਰੂਟ ਹੋਏਗਾ -2 1 by 4 ਆਇਓਟਾ. ਉਸੇ ਤਰ੍ਹਾਂ ਹੀ ਜਿਵੇਂ ਕੱਲ ਵੀ ਡਿਸਕਸ ਹੋਇਆ ਸੀਗਾ ਪ੍ਰੀਵੀਅਸ ਲੈਕਚਰ ਚ ਕਿ 2 1 ਰੀਅਲ ਕੋਐਫੀਸ਼ੀਐਂਟਸ ਵਾਲੀ ਅਗਰ ਪੋਲੀਨੋਮੀਅਲ ਹੁੰਦੀ ਹੈ ਤਾਂ ਉਹਦੇ ਕੰਪਲੈਕਸ ਕੰਜੂਗੇਟ ਰੂਟਸ ਹੁੰਦੇ ਆ. ਕੰਪਲੈਕਸ ਰੂਟਸ ਜਿਹੜੇ ਆ ਕੰਜੂਗੇਟ ਪੇਅਰਸ ਦੇ ਵਿੱਚ ਹੁੰਦੇ ਆ. ਤਾਂ 2 1 by 4 ਇੱਕ ਦਾ ਰੂਟ ਹੈਗਾ ਤੇ ਸੈਕੰਡ ਰੂਟ ਹੋਏਗਾ -2 1 by 4 ਆਇਓਟਾ. ਠੀਕ ਹੈ. ਤਾਂ ਇਸ ਕਰਕੇ ਇੱਕੋ ਹੀ ਐਡਜੰਕਟ ਕਰਨ ਦੀ ਜ਼ਰੂਰਤ ਹੈ. ਜੇ ਇਹ ਵਾਲਾ ਐਡਜੰਕਟ ਕਰ ਲਿਆ ਤਾਂ ਇਹਦਾ ਕੰਜੂਗੇਟ ਆਬਵੀਅਸਲੀ ਉਹਦੇ ਵਿੱਚ ਆ ਹੀ ਜਾਣਾ ਹੈ. ਤਾਂ 2 1 by 4 ਆਇਓਟਾ ਇਸ ਐਲੀਮੈਂਟ ਦੀ ਗੱਲ ਹੋ ਰਹੀ ਹੈ ਤਾਂ ਇਹ ਪੋਲੀਨੋਮੀਅਲ x² + 2 1 by 2 ਕਿਉਂਕਿ ਇਰਰਿਡਿਊਸਿਬਲ ਸੀ ਤਾਂ ਇਸ ਐਲੀਮੈਂਟ ਦੇ ਲਈ x² + 2 1 by 2 ਕੀ ਬਣ ਗਈ ਮਿਨੀਮਲ ਪੋਲੀਨੋਮੀਅਲ ਓਵਰ q2 1 by 4. ਤੇ ਫਿਰ ਕੀ ਕਰਾਂਗੇ ਇੱਥੋਂ ਤੱਕ ਜਿਹੜੀ ਐਕਸਟੈਂਸ਼ਨ ਬਣੀ ਸੀ ਇਹਦੇ ਵਿੱਚ ਫਿਰ ਅਗਲਾ ਰੂਟ ਅਸੀਂ 2 1 by 4 ਆਇਓਟਾ ਹੋਰ ਐਡਜੰਕਟ ਕਰ ਦਿੱਤਾ ਤੇ ਇਹਦੀ ਡਾਇਮੈਂਸ਼ਨ ਓਵਰ ਕਿਹਦੀ ਅਸੀਂ ਕੈਲਕੂਲੇਟ ਕਰਾਂਗੇ q2 1 by 4 ਤੇ ਉਹ ਕਿੰਨੀ ਆਏਗੀ ਜਿੰਨੀ ਪੋਲੀਨੋਮੀਅਲ ਦੀ ਡਿਗਰੀ ਹੈ that is 2. ਤੇ ਨਾਲ ਦੀ ਨਾਲ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਵਾਲੀ ਜਿਹੜੀ ਫੀਲਡ ਹੈ q2 1 by 4 2 1 by 4 ਆਇਓਟਾ 2 1 by 4 ਕਿਉਂਕਿ ਇਹਦੇ ਵਿੱਚ 2 ਟਾਈਮਸ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ 2 1 by 4 ਆਲਰੇਡੀ ਐਡਜੰਕਟਡ ਸੀਗਾ ਤੇ ਸੈਕੰਡ ਐਲੀਮੈਂਟ 2 1 by 4 ਇਨਟੂ ਆਇਓਟਾ ਹੈਗਾ ਤਾਂ ਇਸ ਨੂੰ ਚਾਹੇ ਸਿੰਪਲੀਫਾਈ ਕਰਕੇ ਤੁਸੀਂ ਇਹ ਵੀ ਲਿਖ ਸਕਦੇ ਹੋ q2 1 by 4 ਆਇਓਟਾ
क्योंकि इस 2 1/4 हैगा आयोटा भी सेपरेट पे है तो इन्हां दोवां दी मल्टीप्लिकेशन भी ऑब्वियसली ਇਹਦੇ ਵਿੱਚ ਹੋਏਗੀ सो ये दोवें जेडे हैं स्ट्रक्चर्स इक्विवेलेंट है सो यू कैन से दैट दिस फील्ड इज इक्विवेलेंट टू Q2 1/4 आयोटा और क्योंकि ये वाला फील्ड जेड़ा सी कंस्ट्रक्ट कीता सी ये तुसी देख सकते हो हुन सारे रूट्स ਨੂੰ कंटेन करदा है इथों तक पहला दो रूट्स आ गए सी 2 1/4 ਤੇ -2 1/4 ਤੇ ਜਦੋਂ ਹੁਣ ਆ ਵੀ ਐਡਜੰਕਟ ਹੋ ਗਿਆ ਤਾਂ ਅਗਲੇ ਦੋ रूट्स भी ਇਹਦੇ ਵਿੱਚ ਆ ਗਏ ਹੈ सो ਤੁਸੀਂ ਇਹ ਦੇਖ ਸਕਦੇ ਹੋ ਇਹ ਟਾਵਰ ਬਣਿਆ ਆਪਣੇ ਕੋਲ Q ਹੈ Q2 1/4 ਇਸ ਦੇ ਲਈ ਬੇਸਿਸ ਕੀ ਬਣੂਗੀ ਕਿਉਂਕਿ 4 ਡਾਇਮੈਂਸ਼ਨ ਸੀਗੀ ਦਿਸ ਵੁੱਡ ਬੀ ਦਾ ਬੇਸਿਸ ਅਗਲਾ ਐਲੀਮੈਂਟ ਆਇਓਟਾ ਐਡਜੰਕਟ ਹੋਇਆ ਆਇਓਟਾ ਦੇ ਲਈ ਕਿੰਨੀ ਡਾਇਮੈਂਸ਼ਨ ਆਈ ਸੀਗੀ 2 ਸੋ ਇਹਦੀ ਬੇਸਿਸ ਜਿਹੜੀ ਹੈਗੀ ਆ ਉਹ ਆਪਣੇ ਕੋਲ ਕੀ ਬਣੇਗੀ ਜਿਹੜਾ ਐਲੀਮੈਂਟ ਅਸੀਂ ਐਡਜੰਕਟ ਕੀਤਾ ਸੀ 2 1/4 ਆਇਓਟਾ ਐਡਜੰਕਟ ਕੀਤਾ ਸੀ ਤਾਂ ਇਹਦੇ ਅਕੋਰਡਿੰਗ ਜਿਹੜੀ ਬੇਸਿਸ ਹੈ ਉਹ ਆਪਣੇ ਕੋਲ ਆ ਗਈ ਕਿਉਂਕਿ ਡਿਗਰੀ 2 ਦੀ ਹੈ 1, 2 1/4 ਆ सो ए दी डायग्राम हैगी है और डायमेंशन जे तुसी कैलकुलेट करनी है हुने कर सकते हो टावर जेड़ा बनया है अकॉर्डिंगली Q2 1/4 आयोटा दी डायमेंशन ओवर Q स्टेप बाय स्टेप हो जाएगी पहला ए दी ओवर ता Q2 1/4 आयोटा ओवर Q2 1/4 एंड Q2 1/4 ओवर Q एंड दैट इज 4 * 2 व्हिच इज 8 और यही ਅਸੀਂ प्रूव करना सी कि जेडी स्प्लिटिंग फील्ड है ओदी डिग्री अपने कोल 8 हुई these are the further questions in the topic splitting fields unsolved questions you have to solve it